जी का खालसा वाहिगुरू जी की फतेह। ਪਹਿਲਾਂ ਤਾਂ ਅਸੀਂ ਸਾਰੀ ਸੰਗਤ ਜਿਹੜੀ ਇਸ ਵੇਲੇ ਬਹੁਤ ਠੰਡ ਦੇ ਵਿੱਚ ਬਹੁਤ ਔਖੇ ਸਮੇਂ ਆਪਣੇ ਘਰ-ਬਾਰ ਕਾਰੋਬਾਰ ਛੱਡ ਕੇ ਦਿੱਲੀ ਜਾਂ ਦਿੱਲੀ ਰਸਤੇ 'ਚ ਪਹੁੰਚੇ ਆ, ਕਿਉਂਕਿ ਜੋ ਤੁਸੀਂ ਕਰ ਰਹੇ ਇੱਕ ਇਤਿਹਾਸ ਬਣਾ ਰਹੇ ਆ। ਜਿਹੜੇ ਵੀ ਕਹਿੰਦੇ ਵੀ ਪੰਜਾਬ ਕੁਛ ਨਹੀਂ ਰਹਿ ਗਿਆ ਪੰਜਾਬ ਦਾ, ਅੱਜ ਤੁਸੀਂ ਇੱਕ ਇੰਨਾ ਵੱਡਾ ਸੁਨੇਹਾ ਭੇਜਿਆ ਸਾਰੀ ਦੁਨੀਆ ਨੂੰ ਵੀ ਪੰਜਾਬ ਚੜ੍ਹਦੀ ਕਲਾ ਵਿੱਚ ਆ ਅਤੇ ਪੰਜਾਬ ਦੇ ਲੋਕ ਅਤੇ ਕਿਸਾਨ ਉਹ ਵੀ ਇੱਕ ਮੁੱਠ ਆ। ਅਤੇ ਦੂਜੀ ਅਸੀਂ ਜਿਹੜੇ ਸਾਡੇ ਸੇਵਾਦਾਰ ਲੱਗੇ ਹੋ ਆ, ਖਾਲਸਾ ਏਡ ਦੇ ਸੇਵਾਦਾਰ, ਦਿਨ ਦਿਹਾੜੀ 30-35 ਸ਼ਾਇਦ 40 ਵੀ ਹੋ ਸਕਦੇ ਹੁਣ, ਜਿਹੜੇ ਭਈ ਚਾਹ ਪਾਣੀ ਵਰਤਾ ਰਹੇ ਆ, ਲੰਗਰ ਵਰਤਾ ਰਹੇ 24 ਘੰਟੇ। ਅਤੇ ਭਾਈ ਅਮਰਪ੍ਰੀਤ ਸਿੰਘ ਜਿਹੜੇ ਠੀਕ ਨਹੀਂ, ਆਪ ਮੋਹਰੇ ਹੋ ਕੇ ਸੇਵਾ ਕਰ ਰਹੇ, ਸਾਰੀ ਕੋਆਰਡੀਨੇਟ ਕਰ ਰਹੇ ਆ ਪੰਜਾਬ ਦੇ ਵਿੱਚ, ਹਰਿਆਣਾ ਵਿੱਚ ਅਤੇ ਦਿੱਲੀ ਵਿੱਚ। ਉਹਨਾਂ ਦਾ ਬਹੁਤ ਧੰਨਵਾਦ। ਉਹ ਵੀ ਆਪਣੀ ਯੰਗ ਫੈਮਿਲੀ ਛੱਡ ਕੇ ਮੋਹਰੇ ਹੋਏ ਹੋ ਆ। ਸੋ ਜਿਹੜੇ ਕਈ ਸੇਵਾਦਾਰ ਪਿੰਡਾਂ 'ਚੋਂ ਆਏ ਆ, ਮੈਂ ਦੇਖੀਆਂ ਫੋਟੋਆਂ, ਬੀਬੀਆਂ ਬਜ਼ੁਰਗ ਆ ਪ੍ਰਸ਼ਾਦੇ ਬਣਾ ਰਹੇ ਆ, ਜਿੱਥੇ ਇੱਥੇ ਮੋਰਚਾ ਲੱਗਾ ਆ, ਜਿੱਥੇ ਕਿਸਾਨ ਤੁਰੇ ਹੋ ਰਸਤੇ ਵਿੱਚ, ਅਤੇ ਚੜ੍ਹਦੀ ਕਲਾ ਮੈਸੇਜ ਇੱਕ ਜਾ ਰਿਹਾ ਜਿਹੜਾ ਹੁੰਦਾ ਵੀ ਦੇਗ ਤੇਗ ਫਤਿਹ, ਤਾਂ ਪਾਂਥੀ ਦਾ ਜੀਤ ਹੋਣੀ ਆ। ਸੋ ਇਹਦੇ ਵਿੱਚ ਜਿਹੜੀ ਅਸੀਂ ਅੱਜ 2-3 ਜਿਹੜੀਆਂ ਪਈ ਸੁਨੇਹੇ ਆ, ਪਹਿਲਾਂ ਤਾਂ ਹੈਗਾ ਮੈਂ ਇਸ ਪੇਜ ਦੇ ਉੱਪਰ ਤੁਸੀਂ ਦੇਖੋਗੇ ਜਿੱਥੇ ਮੈਂ ਲਿਖਿਆ ਆ ਪੰਜਾਬੀ ਦੇ ਉੱਪਰ ਆ ਪੇਜ 'ਤੇ, ਪੰਜਾਬ ਕਿਸਾਨ ਸੰਘਰਸ਼, ਉਹਦੇ ਥੱਲੇ ਇੱਕ ਲਿੰਕ ਲਾਈਓ ਆ। ਉਹ ਲਿੰਕ ਇੱਕ ਪੇਜ ਦੀ ਆ ਜਿਹੜਾ ਅਸੀਂ ਪੇਜ ਬਣਾਇਆ ਇੱਕ ਫੇਸਬੁੱਕ ਦਾ, ਉਹ ਲਿਖਿਆ ਹੈ ਕਿਸਾਨ ਦਾ ਪ੍ਰੋਟੈਸਟ ਜਿਹੜਾ। ਉਹਦੇ ਵਿੱਚ ਤੁਸੀਂ ਜਿੱਥੇ ਬੈਠੇ ਆ ਰੋਡ 'ਤੇ ਹਰਿਆਣੇ ਦਿੱਲੀ ਮੋਰਚੇ ਵਿੱਚ ਪ੍ਰੋਟੈਸਟ ਦੇ ਵਿੱਚ ਤੁਸੀਂ ਅਪਡੇਟ ਕਰ ਸਕਦੇ ਆ। ਪਰ ਮੇਰੀ ਇਹੀ ਬੇਨਤੀ ਆ ਭਾਈ ਤੁਸੀਂ ਐਵੇਂ ਫਾਲਤੂ ਚੀਜ਼ਾਂ ਵਿੱਚ ਲਿਖਿਓ, ਉਹ ਬਲੌਕ ਕਰ ਦੇਵਾਂਗੇ ਅਸੀਂ। ਇਹ ਹੈਗਾ ਆ ਤੁਸੀਂ ਅਪਡੇਟ ਦੇਣੀ ਆ ਕੀ ਹੋ ਰਿਹਾ, ਜੇ ਕੋਈ ਲੋੜ ਹੋਵੇ ਉੱਥੇ ਕੰਬਲਾਂ ਦੀ ਜਾਂ ਖਾਣ ਪੀਣ ਦੀ ਐਮਰਜੈਂਸੀ ਲੋੜ ਹੋਵੇ। ਇਹ ਅਸੀਂ ਪੇਜ ਇਕੱਲਾ ਖਾਲਸਾ ਨਹੀਂ ਖੋਲ੍ਹਿਆ, ਤੁਹਾਡੇ ਸਾਰਿਆਂ ਲਈ ਖੋਲ੍ਹਿਆ ਪੇਜ। ਇਹ ਪੇਜ 'ਤੇ ਜਾ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਆ ਭਈ ਕੀ ਹੋ ਰਿਹਾ ਜਿੱਥੇ ਤੁਸੀਂ ਬੈਠੇ ਆ, ਗਾਹਾਂ ਕੀ ਹੋ ਰਿਹਾ, ਇੱਕ ਦਿਨ ਸਲਾਹ ਦੇਣੀ ਹੋਵੇ ਅਤੇ ਉਹ ਵੀ ਅਸੀਂ ਇਹ ਪੇਜ ਮੋਨੀਟਰ ਕਰਾਂਗੇ। ਸਾਡੀ ਵਾਈਫ ਆ ਬਲਵਿੰਦਰ ਕੌਰ, ਉਹ ਮੋਨੀਟਰ ਕਰੂਗੀ, ਉਹਨਾਂ ਦਾ ਆਈਡੀਆ ਸੀਗਾ ਪੇਜ ਦਾ। ਅਤੇ ਇਹਦੇ ਵਿੱਚ ਇਹ ਨਹੀਂ ਪਈ ਅਸੀਂ ਇਹ ਵੀ ਇਹ ਨਹੀਂ ਵੀ ਜਿਹੜੀ ਇਨਫੋਰਮੇਸ਼ਨ ਆਊਗੀ ਵੀ 100% ਠੀਕ ਹੋਊਗੀ, ਕਿਉਂਕਿ ਅਸੀਂ ਦੇਖਾਂਗੇ ਉਹ ਇਨਫੋਰਮੇਸ਼ਨ ਚੈੱਕ ਕਰਾਂਗੇ। ਇਹ ਨਹੀਂ ਪਈ ਕਿਸੇ ਨੇ ਇਨਫੋਰਮੇਸ਼ਨ ਪਾ ਦਿੱਤੀ ਲਓ ਜੀ ਮੋਹਰੇ ਕੁਛ ਹੋ ਰਿਹਾ ਆ ਅਤੇ ਤੁਸੀਂ ਪਿੱਛੇ ਵੀ ਐਕਸ਼ਨ ਲੈਣ ਲੱਗ ਪਾਓ। ਪਹਿਲਾਂ ਸਾਡਾ ਅਸੀਂ ਮੈਸੇਜ ਭੇਜਾਂਗੇ ਉਸ ਫੇਸਬੁੱਕ 'ਤੇ ਵੀ ਹਾਂ ਇਹ ਗੱਲ ਠੀਕ ਆ ਕਿ ਨਹੀਂ। ਸੋ ਪੋਸਟ ਤੁਸੀਂ ਪਾ ਸਕਦੇ ਆ, ਜੇ ਕੋਈ ਮੈਡੀਕਲ ਐਮਰਜੈਂਸੀ ਆ ਗਈ, ਜੇ ਕਿਸੇ ਨੂੰ ਕੰਬਲਾਂ ਦੀ ਲੋੜ ਹੋਵੇ, ਜੇ ਕਿਸੇ ਦਾ ਟਰੈਕਟਰ ਖਰਾਬ ਹੋ ਗਿਆ ਹੋਵੇ, ਇਹਦੇ ਵਿੱਚ ਤੁਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਪੇਜ 'ਤੇ। ਅਸੀਂ ਤਾਂ ਬਹੁਤ ਮਿਨੀਮਲ ਕਰਾਂਗੇ, ਅਸੀਂ ਘੱਟ ਤੋਂ ਘੱਟ ਕਰਾਂਗੇ। ਇਹ ਪੇਜ ਤੁਹਾਡੇ ਲਈ ਸੈਟਅਪ ਕੀਤਾ ਭਈ ਤੁਸੀਂ ਇੱਕ ਦੂਜੇ ਨਾਲ ਇੱਕ ਥਾਂ ਹੋਵੇ, ਇੱਕ ਸੈਂਟਰ ਪੁਆਇੰਟ ਹੋਵੇ ਇੱਕ ਥਾਂ 'ਤੇ, ਜਿੱਥੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਆ। ਜਿੱਥੇ ਤੁਸੀਂ ਰੋਡ 'ਤੇ ਬੈਠੇ ਹੋਵੋਗੇ ਜਾਂ ਟਰੈਕਟਰ ਜਾਂ ਦਿੱਲੀ ਰਸਤੇ ਤੁਰੇ ਹੋਵੋਗੇ ਵੀ ਅਪਡੇਟ ਕੀ ਆ, ਉਹਦੇ ਵਿੱਚ ਇਹ ਤੁਹਾਡੀ ਅਪਡੇਟ ਹੋਊਗੀ। ਅਸੀਂ ਬਿਲਕੁਲ ਦੇਖਾਂਗੇ ਭਈ ਕੀ ਹੋ ਰਿਹਾ ਪੇਜ 'ਤੇ, ਕੀ ਲੋੜ ਆ। ਇਹ ਇਕੱਲਾ ਨਹੀਂ ਭਈ ਜੇ ਤੁਹਾਨੂੰ ਕੰਬਲ ਦੀ ਲੋੜ ਆ ਅਤੇ ਖਾਲਸਾ ਸਾਈਡ ਦੇ ਸੇਵਾਦਾਰ ਦੂਰ ਬੈਠੇ ਆ ਅਤੇ ਉੱਥੇ ਦੇਖਾਂਗੇ, ਅਸੀਂ ਅਪੀਲ ਕਰਾਂਗੇ ਕਿਹੜੀ ਜਥੇਬੰਦੀ ਕਿਹੜੀ ਸੰਸਥਾ ਲਾਗੇ ਆ ਉਹ ਤੁਹਾਡੀ ਮਦਦ ਕਰ ਸਕਦੀ ਆ, ਕਿਉਂਕਿ ਇਹ ਕਾਫੀ ਵੱਡਾ ਜਿਹੜਾ ਭਈ ਸੰਘਰਸ਼ ਜਿਹੜਾ ਭਈ ਪ੍ਰੋਟੈਸਟ ਚੱਲ ਰਿਹਾ ਇਸ ਵੇਲੇ, ਅਤੇ ਇਹ ਅਸੀਂ ਸਾਰੇ ਪਾਸੇ ਨਹੀਂ ਪਹੁੰਚ ਸਕਦੇ। ਪਰ ਉੱਥੇ ਬਹੁਤ ਹੀ ਚੜ੍ਹਦੀ ਕਲਾ ਸਿੱਖਾਂ ਦੀਆਂ, ਪੰਜਾਬੀਆਂ ਦੀਆਂ, ਕਈ ਹਰਿਆਣੇ ਦੀਆਂ ਜਥੇਬੰਦੀਆਂ ਦਿੱਲੀ ਦੀਆਂ ਵੀ ਚੱਲ ਰਹੀਆਂ ਸੇਵਾ 'ਤੇ। ਫਿਰ ਉਹਨਾਂ ਨੂੰ ਅਸੀਂ ਮੈਸੇਜ ਦੇ ਸਕਦੇ ਹਾਂ ਭਈ ਆਹ ਸੰਗਤ ਇੱਥੇ ਬੈਠੀ ਆ, ਇਹਨਾਂ ਨੂੰ ਆਹ ਚੀਜ਼ ਦੀ ਲੋੜ ਆ। ਉਹ ਵੀ ਅਸੀਂ ਕਨਫਰਮ ਕਰਾਂਗੇ, ਇਨਬਾਕਸ 'ਤੇ ਕਨਫਰਮ ਕਰਾਂਗੇ, ਫਿਰ ਤੁਹਾਨੂੰ ਮੈਸੇਜ ਭੇਜ ਦੇਵਾਂਗੇ। ਇਹ ਇੱਕ ਚੀਜ਼ ਬਣਾਈ ਆ ਜਿੱਥੇ ਤੁਸੀਂ ਸਾਰੇ ਇੱਕ ਥਾਂ, ਅਸੀਂ ਖਾਲਸਾ ਨੂੰ ਬੁਲਾਈ ਆ ਵੀ ਸਾਰੇ ਇੱਕ ਥਾਂ ਇੱਕ ਦੂਜੇ ਨੂੰ ਜਿੱਦਾਂ ਸਲਾਹ ਦੇ ਸਕਦੇ ਆ ਭਈ ਕੀ ਹੋਇਆ। ਕਈ ਵਾਰ ਲੱਗਦਾ ਨਹੀਂ ਪਤਾ ਭਈ ਕਿਹੜਾ ਪੇਜ ਦੇਖੀਏ, ਕਿੱਥੇ ਦੇਖੀਏ, ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਭਈ ਕੀ ਕਿੱਥੇ ਹੋ ਰਿਹਾ, ਸਾਨੂੰ ਪਤਾ ਨਹੀਂ ਕਿਹੜੀ ਖਬਰ ਠੀਕ ਆ ਨਹੀਂ ਠੀਕ ਆ। ਕਈ ਵਾਰੀ ਸਾਡਾ ਕੋਈ ਸੈਂਟਰਲ ਪੁਆਇੰਟ ਨਹੀਂ ਹੁੰਦਾ। ਹਰ ਇੱਕ ਚੀਜ਼ ਦਾ ਇੱਕ ਸੈਂਟਰਲ ਪੁਆਇੰਟ ਹੋਣਾ ਚਾਹੀਦਾ ਜਿੱਥੇ ਸੰਗਤ ਦੇਖ ਸਕਦੀ ਆ, ਅਪਡੇਟ ਕਰ ਸਕਦੀ ਆ,
ਭਈ ਦੂਜੇ ਜਿਹੜੇ ਗਾਹਾਂ ਜਾਂ ਪਿੱਛੇ ਆ ਉਹ ਵੀ ਅਪਡੇਟ ਹੋਣ ਭਈ ਪਿੱਛੇ ਲਾਠੀ ਚਾਰਜ ਹੋ ਰਹੀ ਆ ਤੇ ਮੋਹਰੇ ਲੰਗਰ ਵਰਤਾ ਰਹੇ ਆ, ਸੇਫ ਆ ਮੋਹਰੇ ਜਾਣਾ, ਮੋਹਰੇ ਇੱਕ ਗੋਲੀ ਤਾਂ ਨਹੀਂ ਚੱਲਦੀ, ਕਿਸੇ ਨੂੰ ਕੋਈ ਲੋੜ ਤਾਂ ਨਹੀਂ ਇੱਥੇ ਬੈਠਿਆਂ ਨੂੰ, ਕੋਈ ਬਜ਼ੁਰਗ ਤਾਂ ਨਹੀਂ ਬਿਮਾਰ ਹੋ ਗਿਆ। ਸੋ ਇਹ ਤੁਹਾਡੇ ਲਈ ਸੈਟਅਪ ਕੀਤਾ। ਤੁਸੀਂ ਸ਼ੇਅਰ ਕਰੋ ਹੋਏ ਪੇਜ, ਜਿਹੜੇ ਵੀ ਉੱਥੇ ਮੁਜ਼ਾਹਰੇ ਤੇ ਹੈਗੇ, ਜਿਹੜੇ ਪ੍ਰੋਟੈਸਟ ਤੇ ਸੰਘਰਸ਼ ਇਸ ਵੇਲੇ ਬੈਠੇ ਆ ਰੋਡਾਂ ਤੇ, ਅਸੀਂ ਤੁਹਾਡੇ ਨਾਲ ਆ। ਸੋ ਕਈ ਵਾਰੀ ਹੁੰਦਾ ਜਿੱਦਾਂ ਦੇਖੋ ਜਦੋਂ 47 ਹੋਇਆ ਤੇ ਬਾਰਡਰ ਬਣਿਆ, ਦੋਨੇ ਸਾਈਡਾਂ ਤੇ ਖੂਨ ਖਰਾਬੀ ਹੋਈ, ਕੋਈ ਕਿਸੇ ਦਾ ਨਹੀਂ ਉੱਥੇ ਸੀਗਾ, ਕੋਈ ਸੰਸਥਾ ਨਹੀਂ ਸੀਗੀ ਭਈ ਅਸੀਂ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ। ਸੋ ਅੱਜ ਸੰਸਥਾ ਹੈਗੀ ਆ ਖਾਲਸਾ ਏਡ। ਖਾਲਸਾ ਜਦੋਂ ਸ਼ੁਰੂ ਕੀਤੀ ਸੀਗੀ, ਮੈਨੂੰ ਕਹਿੰਦੇ ਪੰਜਾਬ ਨੂੰ ਕੀ ਫਾਇਦਾ ਹੋ ਰਿਹਾ ਖਾਲਸਾ ਏਡ ਦਾ। ਤਾਂ ਜਦੋਂ ਕਿਹਾ ਤੁਸੀਂ ਸੋਚੋ, ਖਾਲਸਾ ਏਡ ਦਾ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਤੇ ਇਨਸਾਨੀਅਤ ਨੂੰ ਫਾਇਦਾ ਹੁੰਦਾ। ਅਸੀਂ ਇਹਦੇ ਵਿੱਚ ਕੋਈ ਆਪਣੀ ਇਹਨੇ ਮਿਲੀਅਨਰ ਬਾਬੇ ਬੂਬੇ ਨਹੀਂ ਬਣਨਾ ਹੈ, ਅਸੀਂ ਸਿੱਧੇ ਬੰਦੇ ਹਾਂ, ਅਸੀਂ ਇੰਨੇ ਚੰਗੇ ਵੀ ਨਹੀਂ ਗਏ, ਪਰ ਕੋਸ਼ਿਸ਼ ਕਰਦੇ ਵੀ ਚੰਗਾ ਕੰਮ ਕਰੀਏ। ਸੋ ਸਾਡੀ ਜਿਹੜੀ ਟੀਮ ਆ ਪੰਜਾਬ ਦੇ ਵਿੱਚ ਆ, ਭਾਈ ਅਮਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਕਰ ਰਹੇ, ਜਿਹੜੇ ਸਾਡੇ ਸੇਵਾਦਾਰ ਲੱਗੇ ਰੋਡ ਤੇ ਦਿਨ ਦਿਹਾੜੀ, ਅਸੀਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਉਹਨਾਂ ਦਾ, ਕਿਉਂਕਿ ਉਹ ਬਹੁਤ ਹੀ ਦੇਖੋ ਆਪਣਾ ਘਰ ਛੱਡ ਕੇ ਨੌਜਵਾਨ ਮੋਹਰੇ ਹੋ ਕੇ ਸੇਵਾ ਕਰ ਰਹੇ ਆ ਤੇ ਬਜ਼ੁਰਗ ਵੀ ਕਰ ਰਹੇ ਆ। ਇਹਨੂੰ ਕਹਿੰਦੇ ਆ ਸਿੱਖੀ। ਇੱਕ ਪਾਸੇ ਸਾਡੇ ਉੱਪਰ ਲਾਠੀ ਚਾਰ ਜਾਂ ਸਾਡੇ ਉੱਪਰ ਉਹ ਪਾਣੀ ਪਾ ਰਹੇ ਆ ਪੁਲਸੀਏ, ਦੂਜੇ ਪਾਸੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਰਹੇ ਹਾਂ। ਜਦੋਂ ਸਾਨੂੰ ਕਹਿੰਦੇ ਭਈ ਤੁਸੀਂ ਕਿਉਂ ਜਾਂਦੇ ਇਰਾਕ 'ਚ ਲੰਗਰ ਚਲਾਉਣ, ਤੁਸੀਂ ਕਿਉਂ ਚਲਾਉਂਦੇ, ਤੁਸੀਂ ਉੱਥੇ ਕਿਉਂ ਚਲਾਉਂਦੇ, ਕਿਉਂਕਿ ਸਾਨੂੰ ਕੋਈ ਦੁਸ਼ਮਣ ਨਹੀਂ ਦਿਸਦਾ। ਇੱਕ ਸਾਡੀ ਬਹੁਤ ਵੱਡਾ ਇੱਕ ਹਥਿਆਰ ਆ ਜਿਹੜੀ ਇਨਸਾਨੀਅਤ, ਉਹ ਹੈਗੀ ਸੇਵਾ। ਸਾਡੀ ਸੇਵਾ ਤੋੜਨ ਲਈ ਸਾਨੂੰ ਸਾਡੇ ਦੁਸ਼ਮਣਾਂ ਨੇ ਬਹੁਤ ਕੋਸ਼ਿਸ਼ ਕੀਤੀ ਆ। ਤੁਸੀਂ ਉਹਨੂੰ ਕਾਹੇ ਲੰਗਰ ਛਕਾਉਂਦੇ ਹੋ, ਉਹ ਤਾਂ ਮੁਸਲਮਾਨ ਆ, ਉਹ ਤਾਂ ਈਸਾਈ ਆ, ਉਹ ਤਾਂ ਭਈ ਗੁਰੂ ਨਾਨਕ ਜੀ ਨੇ ਕਿਹਾ ਸੀਗਾ ਭਈ ਲੰਗਰ ਇਕੱਲੇ ਸਿੱਖਾਂ ਤੇ ਹਿੰਦੂਆਂ ਨੂੰ ਛਕਾਓ। ਲੰਗਰ ਸਾਰਿਆਂ ਲਈ ਆ। ਲੰਗਰ ਅਸੀਂ ਇੱਕ ਪਾਸੇ ਪੁਲਸੀਏ ਬੈਠੇ ਭੁੱਖੇ ਆ, ਦੂਜੇ ਪਾਸੇ ਤੁਸੀਂ ਆ। ਸੋ ਲੰਗਰ ਨਹੀਂ ਰੁਕਣ ਦੇਣਾ। ਮੈਂ ਮੈਸੇਜ ਪਹਿਲਾਂ ਵੀ ਭੇਜਿਆ ਸੀ ਆ ਪੇਜ ਤੇ, ਅਮਰਪ੍ਰੀਤ ਸਿੰਘ ਹੋਰਾਂ ਨੇ ਚੜ੍ਹਦੀ ਕਲਾ ਲੰਗਰ ਲਾਇਓ ਆ ਸਾਡੀ ਟੀਮ ਨੇ। ਮੋਰੇ ਹੋਰ ਵੀ ਲੱਗੂਗੇ, ਚਾਹ ਪਾਣੀ ਦਾ ਪ੍ਰੋਗਰਾਮ ਦਿੱਲੀ ਵੀ, ਹੁਣ ਪਾਣੀ ਸਾਫ਼ ਪਾਣੀ ਵੀ ਆ ਰਿਹਾ। ਮੋਰੇ ਸਾਨੂੰ ਰਿਕੁਐਸਟ ਆਈ ਸੀ ਸਾਫ਼ ਪਾਣੀ ਜਦ ਉਹ ਵੀ ਆ ਰਿਹਾ। ਅਸੀਂ ਜੋ ਕਰ ਸਕਦੇ ਕਰਾਂਗੇ ਤੁਹਾਡੇ ਸਾਥ ਦੇ ਨਾਲ। ਪਰ ਸਾਰਾ ਤੁਸੀਂ ਜੋ ਕੀਤਾ ਅੱਜ ਕਾਨੂੰਨੀ ਹੇਠ ਕੀਤਾ, ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਅਸੀਂ ਇਹੀ ਕਹਿੰਦੇ ਆ ਭਾਈ ਤੁਸੀਂ ਇੱਦਾਂ ਹੀ ਚੜ੍ਹਦੀ ਕਲਾ ਰਹੋ, ਤੁਹਾਡੇ ਨਾਲ ਸਾਰਾ ਦੁਨੀਆ ਤੁਹਾਡੇ ਨਾਲ ਜੁੜੀ ਹੋ ਆ, ਤੇ ਤੁਹਾਡੇ ਜਿਹੜੀ ਭਈ ਫੁੱਟ ਪਾਉਣ ਨੂੰ ਵਿੱਚ ਪਾਏ ਜਾਊਗੇ। ਐਸ ਦੇਖੋ ਕੱਲ੍ਹ ਤੋਂ ਲੱਗ ਕੇ ਹੁਣ ਸ਼ੁਰੂ ਹੋ ਗਈਆਂ ਭਈ ਜਿਹੜੀਆਂ ਏਜੰਸੀਆਂ, ਨਿਊਜ਼ ਦੀਆਂ ਏਜੰਸੀਆਂ ਜਿਹੜੇ ਭਈ ਸਾਡੇ ਖਿਲਾਫ ਆ, ਪੰਜਾਬ ਦੇ ਖਿਲਾਫ ਆ, ਕਹਿਣ ਲੱਗ ਪਏ ਵੀ ਤਾਂ ਖਾਲਿਸਤਾਨੀ ਆ ਗਏ ਆ, ਇਹ ਆਤੰਕਵਾਦ ਆ ਗਏ ਆ। ਇਹਨਾਂ ਨੇ ਸ਼ੁਰੂ ਕਰ ਦਿੱਤਾ ਆਪਣਾ ਪ੍ਰੋਪੇਗੈਂਡਾ। ਪਰ ਜਿਹੜੀ ਸਾਡੀ ਸੇਵਾ ਆ, ਸਾਡੀ ਜਿਹੜੀ ਇਨਸਾਨੀਅਤ ਆ, ਜਿਹੜੀ ਸਾਡੀ ਸ਼ਰਧਾ ਆ, ਅਸੀਂ ਕੀ ਕਰਨ ਉੱਥੇ ਗਏ ਆ, ਇਹ ਨਹੀਂ ਅਸੀਂ ਭੁੱਲਣਾ। ਜਿੱਦਾਂ ਪਹਿਲਾਂ ਵੀ ਗੋਰਿਆਂ ਸਮਿਆਂ ਦੇ ਵਿੱਚ ਸਾਡੇ ਜਥੇ ਜਾਂਦੇ ਸੀਗੇ ਗੁਰਦੁਆਰੇ ਨੂੰ, ਜਿੱਦਾਂ ਭਈ ਆਜ਼ਾਦ ਕਰਨਾ, ਲਾਠੀਆਂ ਪੈਂਦੇ ਚੁੱਪ ਕਰਕੇ ਸਿਮਰਨ ਕਰਦੇ ਸੀਗੇ। ਸਾਰੀ ਦੁਨੀਆ ਦੇਖਦੀ ਸੀ ਭਈ ਇਹ ਕੌਣ ਆ, ਲੋਹੇ ਦੇ ਬੰਦੇ। ਉਹੀ ਲੋਹਾ ਸਾਡੇ ਵਿੱਚ ਅੱਜ ਆ। ਪਰ ਤੁਸੀਂ ਜਿਹੜੇ ਵਿੱਚ ਸਾਡੇ ਕੋਲ ਖਰਾਬ ਕਰੋਗੇ, ਉਹ ਪਹਿਚਾਨਣੇ ਆ। ਸਾਡੇ ਪੰਜਾਬੀਆਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਇੱਕ ਬਹੁਤ ਭਾਰੀ ਮੂਵਮੈਂਟ ਸ਼ੁਰੂ ਹੋ ਰਹੀ ਆ। ਜੇ ਤੁਹਾਨੂੰ ਗਲਤ ਅੱਤਵਾਦੀ ਕਹਿਣਾ ਸ਼ੁਰੂ ਹੋ ਗਿਆ, ਅਸੀਂ ਚੈਲੰਜ ਕਰ ਰਹੇ ਹਾਂ ਇੱਥੋਂ ਬੈਠੇ, ਅਸੀਂ ਬਹੁਤ ਚੈਲੰਜ ਕਰ ਰਹੇ ਹਾਂ ਆਪਣੇ ਫੇਸਬੁੱਕ ਤੇ, ਟਵਿੱਟਰ ਤੇ। ਅਸੀਂ ਜੋ ਤੁਸੀਂ ਨਹੀਂ ਉੱਥੇ ਕਰ ਸਕਦੇ ਕਿਉਂਕਿ ਤੁਸੀਂ ਉੱਧਰ ਲੱਗੇ ਹੋ ਪ੍ਰੋਟੈਸਟ 'ਤੇ, ਸਾਡੀ ਡਿਊਟੀ ਆ। ਜਿਹੜੇ ਵੀ ਬਾਹਰ ਬੈਠੇ ਸਾਡੇ ਇਸ ਵੇਲੇ ਸਾਡਾ ਇਹ ਮੈਸੇਜ ਸੁਣਦੇ ਆ, ਤੁਸੀਂ ਫੇਸਬੁੱਕ ਤੇ ਆ, ਇੰਸਟਾਗ੍ਰਾਮ ਤੇ ਆ, ਟਵਿੱਟਰ ਤੇ ਆ, ਤੁਸੀਂ ਆਪਣੇ MP ਨੂੰ, ਆਪਣੇ ਜਿਹੜੇ ਲੋਕਲ ਤੁਹਾਡੇ ਹੋਰ ਵੀ ਜਿਹੜੇ ਬਹੁਤ ਇੰਪੋਰਟੈਂਟ ਬੰਦੇ ਕਹਿ ਸਕਦੇ, ਪ੍ਰਾਈਮ ਮਿਨਿਸਟਰ ਹੋਣ, ਪ੍ਰੈਜ਼ੀਡੈਂਟ ਹੋਣ, ਕੋਈ ਫਾਰਮਿੰਗ ਦੇ ਯੂਨੀਅਨ, ਲਿੰਕ ਕਰੋ। ਕੈਨੇਡਾ ਵਿੱਚ ਚੜ੍ਹਦੀ ਕਲਾ ਹੋ ਰਿਹਾ ਪ੍ਰੋਗਰਾਮ ਇਸ ਵੇਲੇ, ਤੁਸੀਂ ਟੈਗ ਕਰ ਰਹੇ ਆ ਸਾਰੀ ਦੁਨੀਆ 'ਚ, ਕਿਉਂਕਿ ਜਿਹੜੇ ਸਾਡੇ ਇਸ ਵੇਲੇ ਸੰਘਰਸ਼ 'ਚ ਬੈਠੇ ਆ ਉਹ ਨਹੀਂ ਕਰ ਸਕਦੇ ਕਈ ਵਾਰੀ, ਪਰ ਅਸੀਂ ਇੱਥੇ ਕਰ ਸਕਦੇ ਹਾਂ। ਉਹਨਾਂ ਦੀ ਆਵਾਜ਼ ਬਣੋ, ਪਰ ਅਸੀਂ ਕਾਨੂੰਨ ਨਹੀਂ ਤੋੜਨਾ। ਸਾਡੇ ਨਾਲ ਹਰਿਆਣਾ ਜੁੜਿਆ ਆ, ਦਿੱਲੀ ਵਾਲੇ ਲੋਕ ਵੀ ਜੁੜਨ ਲੱਗ ਪਏ ਆ। ਅਸੀਂ ਵੀ ਇਹ ਮੈਸੇਜ ਭੇਜਿਆ ਸਾਰੀ ਦੁਨੀਆ ਨੂੰ, ਇੰਡੀਆ ਨੂੰ ਵੀ ਤੇ ਦਿੱਲੀ ਨੂੰ ਵੀ, ਵੀ ਤੁਸੀਂ ਕਿਸਾਨਾਂ ਨੂੰ ਆ ਕੇ ਪਿਆਰ ਦਿਖਾ ਲਓ, ਆਪਣਾ ਸਪੋਰਟ ਦਿਖਾ ਲਓ, ਚਾਹ ਪਾਣੀ ਪੁੱਛੋ, ਜਿੱਥੇ ਮਦਦ ਕਰ ਸਕਦੇ ਮਦਦ ਕਰੋ। ਜਿਹੜੀ ਮਦਦ ਕਰ ਰਹੇ ਅਸੀਂ ਧੰਨਵਾਦੀ ਹਾਂ, ਪਰ ਜ਼ਰੂਰ ਸਾਵਧਾਨ ਰਹਿਣਾ। ਆਹ ਜਿਹੜਾ ਪੇਜ ਮੈਂ ਮਸ਼ਹੂਰੀ ਕੀਤੀ ਆ, ਸ਼ੇਅਰ ਕਰੋ ਇਹ 'ਤੇ। ਜਿੱਥੇ ਵੀ ਤੁਸੀਂ ਬੈਠੇ ਆ ਦੱਸੋ ਕੀ ਲੋੜ ਆ।
ਕਈ ਮੈਂ ਦੇਖਿਆ ਟਰੈਕਟਰ ਠੀਕ ਕਰਨੇ ਮਕੈਨਿਕ ਮੋਹਰੇ ਆ ਰਹੇ ਆ, ਅਸੀਂ ਧੰਨਵਾਦੀ ਹਾਂ, ਉਹ ਵੀ ਕਰ ਰਹੇ ਵੀ ਅਸੀਂ ਠੀਕ ਕਰਾਂਗੇ ਤੁਹਾਡੇ ਟਰੈਕਟਰ ਜੇ ਖਰਾਬ ਹੋ ਗਏ। ਜਿੱਥੇ ਵੀ ਤੁਸੀਂ ਮਕੈਨਿਕ ਆ, ਜੇ ਤੁਸੀਂ ਮਕੈਨਿਕ ਆ ਸਾਨੂੰ ਮੈਸੇਜ ਭੇਜ ਸਕਦੇ ਆ। ਖਾਲਸਾ ਇੰਡੀਆ ਪੇਜ ਆ, ਖਾਲਸਾ ਇੰਟਰਨੈਸ਼ਨਲ ਪੇਜ ਆ, ਮੇਰਾ ਪੇਜ ਆ, ਭਈ ਤੁਸੀਂ ਮੋਹਰੇ ਹੋ ਕੇ ਸੇਵਾ ਕਰਨੀ ਚਾਹੁੰਦੇ, ਕੋਈ ਡਾਕਟਰ ਹੋਵੇ, ਜਿਹੜੀ ਮਰਜ਼ੀ ਜਥੇਬੰਦੀ ਹੋਵੇ। ਅੱਜ ਸਾਰੇ ਜਥੇਬੰਦੀਆਂ ਦਾ ਸਾਨੂੰ ਸਾਰਿਆਂ ਦੀ ਲੋੜ ਆ। ਅਸੀਂ ਨਹੀਂ ਕਹਿੰਦੇ ਭਈ ਖਾਲਸਾ ਚੰਗਾ ਦੇਖੋ ਜੀ ਸਾਰਾ ਕੁਝ ਖਾਸ ਨਹੀਂ, ਇਹ ਜੋ ਕਰ ਰਹੇ, ਜੋ ਇਸ ਵੇਲੇ ਹੋ ਰਿਹਾ ਇਹ ਸੰਗਤ ਕਰ ਰਹੀ ਆ, ਇੱਕ ਜਥੇਬੰਦੀ ਨਹੀਂ ਕਰ ਰਹੀ, ਇੱਕ ਜਥੇਬੰਦੀ ਨਹੀਂ ਕਰ ਰਹੀ, ਇੱਕ ਕੌਮ ਕਰ ਰਹੀ ਆ। ਜੇ ਤੁਹਾਨੂੰ ਦਿਖਦਾ ਵੀ ਚੰਗਾ ਸੇਵਾ ਕਰਦਾ ਉਹਦੀ ਲਾਓ, ਤੁਸੀਂ ਫੋਟੋਆਂ ਲਾਵੋ, ਉਹਦਾ ਤੁਸੀਂ ਫੇਸਬੁੱਕ ਤੇ ਲਾਓ, ਦੇਖੋ ਜੀ ਇਹ ਕੁੜੀ ਮੁੰਡਾ ਪਿੰਡ 'ਚੋਂ ਆ ਕੇ ਸੇਵਾ ਕਰ ਰਹੇ ਆ। ਇੱਕ ਦੂਜੇ ਦਾ ਸਾਥ ਦੇਵੋ, ਜਿੱਥੇ ਵੀ ਲੋੜ ਆ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡੇ ਲਈ ਪਹੁੰਚਣ ਲਈ, ਪਰ ਕਈ ਵਾਰ ਔਖਾ ਹੁੰਦਾ ਕਿਉਂਕਿ ਰੋਡ ਵੀ ਬਹੁਤ ਭਾਰੇ ਬੰਦ ਆ, ਪੁਲਿਸ ਵੀ ਬਹੁਤ ਲੱਗੀ ਹੋ ਆ। ਪਰ ਇਹ ਪੇਜ ਜਿਹੜਾ ਅਸੀਂ ਸ਼ੇਅਰ ਕੀਤਾ ਆ ਇਹਦੇ ਉੱਪਰ ਸ਼ਾਇਦ ਇਨਫੋਰਮੇਸ਼ਨ ਕਰ ਸਕਦੇ ਅਸੀਂ ਸ਼ੇਅਰ, ਕਿੱਥੇ ਕੋਈ ਡਾਕਟਰ ਬੈਠਾ ਹੋਵੇ, ਕੋਈ ਕਾਰ ਦਾ, ਕੋਈ ਟਰੈਕਟਰ ਦਾ ਮਕੈਨਿਕ ਬੈਠਾ ਹੋਵੇ, ਕਿਸੇ ਦੇ ਭਾਈ ਕਹ ਲਓ ਪਾਣੀ ਨਾਲ ਕੰਬਲ ਕੱਪੜੇ ਗਿੱਲੇ ਹੋ ਗਏ, ਕੱਪੜੇ ਕਿੱਦਾਂ ਚੇਂਜ ਕਰਨੇ। ਸੋ ਉਹ ਸਾਰਾ ਕੁਝ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਪਿੱਛੋਂ ਤੁਹਾਡੀ ਇੱਕ ਸਪੋਰਟ ਦੀ ਇੱਦਾਂ ਵੀ ਰੀੜ੍ਹ ਦੀ ਹੱਡੀ ਬਣੀ ਹੈ। ਪਰ ਜਿਹੜੇ ਮੋਹਰੇ ਇਸ ਵੇਲੇ ਆ ਸੰਗਤ ਆ, ਇਹ ਨਹੀਂ ਭਈ ਹੁਣ ਮੋਹਰੇ ਹੋ ਗਏ, ਸੰਗਤ ਨੇ ਧੱਕੇ ਖਾਧੇ, ਲਾਠੀ ਚਾਰਜ ਹੋਏ, ਪਾਣੀ ਪਿਆ, ਟੀਅਰ ਗੈਸ, ਹੰਝੂ ਦੀ ਗੈਸ ਲੱਗੀ ਸਾਡੇ, ਤੇ ਜਾ ਕੇ ਆ ਗਏ ਕਿਸਾਨ ਯੂਨੀਅਨ ਦੇ ਜਿਹੜੇ ਵੱਡੇ ਮੋਹਰੇ ਲੀਡਰ ਆ, ਉਹਨਾਂ ਨੇ ਜਿਹੜੀ ਕਿਸਾਨਾਂ ਦੀ ਗੱਲ ਸੁਣਨੀ ਪੈਣੀ ਆ। ਉਹ ਹੁਣ ਇਸ ਵੇਲੇ ਮੋਹਰੇ ਹੋ ਕੇ ਇਕੱਲੇ ਗੱਲ ਨਹੀਂ ਕਰ ਸਕਦੇ। ਜਿਹੜੇ ਮੋਹਰੇ ਸਾਡੇ ਸੈਲੈਬ੍ਰਿਟੀ ਹੋਏ ਆ, ਦੀਪ ਸਿੱਧੂ ਵਰਗੇ ਹੋਏ ਆ, ਲੱਖੇ ਵਰਗੇ ਹੋਏ ਆ, ਹੋਰ ਵੀ ਕਿੰਨੇ ਮੋਹਰੇ ਜਿਹੜੇ ਸਿੰਗਰ ਵੀ ਆਏ ਆ। ਦੇਖੋ ਬਾਵਾ ਰਣਜੀਤ ਬਾਵੇ ਨੇ ਵੀ ਕਿੰਨਾ ਕੁਛ ਕੀਤਾ ਸੀਗਾ ਮੋਹਰੇ ਹੋ ਕੇ, ਬਹੁਤ ਸਿੰਗਰਾਂ ਨੇ ਕੀਤਾ। ਜਿਹੜੇ ਮੋਹਰੇ ਲੱਗੇ ਉਹਨਾਂ ਦੀ ਵੀ ਸਲਾਹ ਲੈਣੀ ਪੈਣੀ ਆ ਕਿਸਾਨ ਯੂਨੀਅਨ ਨੂੰ। ਇਹ ਨਹੀਂ ਭਈ ਸਾਰੀ ਸੰਗਤ ਚਲ ਗਈ ਤੇ ਜਾ ਕੇ 2-3 ਲੀਡਰ ਆ ਕੇ ਬੈਗ ਗਏ ਚਾਹ ਦਾ ਕੱਪ ਪੀ ਕੇ, ਇਹ ਵੀ ਤੁਸੀਂ ਖਿਆਲ ਰੱਖਣਾ। ਪਰ ਜੋ ਕਰਨਾ ਅਸੀਂ ਕਾਨੂੰਨੀ ਕਰਨਾ, ਗੈਰ ਕਾਨੂੰਨੀ ਕੰਮ ਨਹੀਂ ਕਰਨਾ, ਸ਼ਾਂਤਮਈ ਨਾਲ ਕਰਨਾ, ਕਿਉਂਕਿ ਇਸ ਵੇਲੇ ਤੁਹਾਡੇ ਉੱਪਰ ਨਿਗਾਹ ਆ ਭਈ ਇਹ ਜਿਹੜੀ ਮੂਵਮੈਂਟ ਇੰਨੀ ਤਕੜੀ ਕਿੱਦਾਂ ਹੋ ਗਈ ਆ, ਇਹ ਕਿੱਦਾਂ ਦਿੱਲੀ ਤੱਕ ਪਹੁੰਚ ਗਈ ਆ, ਇਹਨੂੰ ਪ੍ਰੋਪਾਗੈਂਡਾ ਕਰਕੇ ਕਿੱਦਾਂ ਤੋੜਨਾ। ਤਾਂ ਹੀ ਕੱਲ੍ਹ ਤੋਂ ਦੇਖਿਆ ਜਿਹੜੀਆਂ ਇੰਡੀਆ ਦੀਆਂ ਮੋਸਟ ਜਿਹੜੀਆਂ ਨਿਊਜ਼ ਖਬਰ ਦੇ ਚੈਨਲ ਆ, ਉਹ ਤੁਹਾਨੂੰ ਸਾਰਿਆਂ ਨੂੰ ਖਾਲਿਸਤਾਨੀ, ਆਤੰਕਵਾਦੀ, ਕ੍ਰਿਮੀਨਲ ਇੱਦਾਂ ਦੇ ਲੇਬਲ ਲਾਈ ਜਾਂਦੇ ਆ। ਸੋ ਚੜ੍ਹਦੀ ਕਲਾ ਰਹੋ, ਇਹ ਨਾ ਸੋਚੋ ਤੁਸੀਂ ਇਕੱਲੇ ਆ। ਮੈਂ ਫਿਰ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਆ, ਤੁਹਾਡੀ ਸਾਰਿਆਂ ਦੀ। ਜਿੱਥੇ ਕੋਈ ਲੋੜ ਹੋਵੇ ਅਸੀਂ ਮਦਦ ਕਰ ਸਕਦੇ ਹਾਂ, ਤੁਹਾਡੇ ਨਾਲ ਆ, ਤੁਸੀਂ ਇਕੱਲੇ ਨਹੀਂ ਗਏ। ਕਈ ਵਾਰੀ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿ ਔਖਾ ਹੁੰਦਾ ਪਹੁੰਚਣਾ, ਪਰ ਅਸੀਂ ਕੋਸ਼ਿਸ਼ ਨਹੀਂ ਕਦੀ ਕਰਨੋਂ ਹਟਦੇ। ਜੇ ਅਸੀਂ ਇਰਾਕ ਦੇ, ਸੀਰੀਆ ਦੇ ਬਾਰਡਰ 'ਚ ਪਹੁੰਚ ਸਕਦੇ ਹਾਂ ਤੇ ਮੈਂ ਖਿਆਲ ਆ ਅਸੀਂ ਤੁਹਾਡੇ ਕੋਲ ਵੀ ਪਹੁੰਚ ਸਕਦੇ ਹਾਂ, ਜਿੰਨਾ ਮਰਜ਼ੀ ਔਖਾ ਹੋਵੇ ਸਮਾਂ ਅਸੀਂ ਪਹੁੰਚ ਸਕਦੇ ਹਾਂ। ਪਰ ਜਿਹੜੀਆਂ ਦੂਜੇ ਜਥੇਬੰਦੀਆਂ, ਮੈਂ ਇਹ ਅਪੀਲ ਕਰਦਾ, ਅੱਜ ਇਹ ਤੂੰ ਮੈਮਾਂ ਦੀ ਗੱਲ ਨਹੀਂ ਗੀ, ਸਪੈਸ਼ਲ ਜਿਹੜੀਆਂ ਨਿੱਕੀਆਂ ਜਥੇਬੰਦੀਆਂ ਜਾਂ ਸੇਵਾ ਗਰੁੱਪ ਪੰਜਾਬ ਤੋਂ ਆਏ ਹੋ ਆ, ਤੁਸੀਂ ਸਾਡੇ ਪੇਜ ਤੇ ਮੈਸੇਜ ਭੇਜ, ਜਿਹੜਾ ਮੈਂ ਪੇਜ ਹੁਣ ਇੱਥੇ ਮਸ਼ਹੂਰੀ ਕਰ ਰਿਹਾ, ਉੱਥੇ ਲਿੰਕ ਭੇਜਿਓ ਆ, ਤੇ ਉਹਦੇ 'ਤੇ ਭੇਜ ਦਿਓ ਤੁਸੀਂ ਕੌਣ ਆ, ਤੁਹਾਡਾ ਕਾਂਟੈਕਟ ਨੰਬਰ, ਤੁਸੀਂ ਕਿੱਥੇ ਸੇਵਾ ਕਰ ਰਹੇ ਇਸ ਵੇਲੇ। ਫਿਰ ਅਸੀਂ ਇੱਕ ਪੇਜ ਬਣਾ ਦੇਵਾਂਗੇ ਆਪਣੇ ਲਈ, ਇੱਕ ਡਾਕੂਮੈਂਟ, ਵੀ ਕਿਹੜੇ ਏਰੀਏ 'ਚ ਕਿਹੜੇ ਗਰੁੱਪ ਆਏ ਹੋ ਆ, ਕੀ ਕਾਂਟੈਕਟ ਨੰਬਰ ਆ, ਕਿੰਨੇ ਮੈਂਬਰ ਆ, ਉਹਨਾਂ ਕੋਲ ਕੋਈ ਸਪੈਸ਼ਲਿਸਟ ਹੈਗਾ ਕਿ ਨਹੀਂ। ਕਈ ਵਾਰੀ ਡਾਕਟਰ ਹੁੰਦਾ, ਮਕੈਨਿਕ ਹੁੰਦਾ, ਹੁਣ ਤੁਸੀਂ ਲੰਗਰ ਪਾਣੀ ਚਲਾ ਰਹੇ ਆ, ਅਸੀਂ ਫਿਰ ਇਹ ਸਾਰਾ ਕੁਛ ਮੋਹਰੇ ਹੋ ਕੇ ਇੱਕ ਕੋਆਰਡੀਨੇਟ ਕਰ ਸਕਦੇ ਵੀ ਇੱਕ ਆਰਗੇਨਾਈਜ਼ ਹੋਵੇ। ਸੋ ਲੰਗਰ ਚੱਲੀ ਜਾਣਾ, ਲੰਗਰ ਨਹੀਂ ਅਸੀਂ ਰੁਕਣ ਦੇਣਾ। ਸੋ ਤੁਸੀਂ ਆਪਣੇ ਵੱਲੋਂ ਇਹੀ ਖਿਆਲ ਰੱਖਣਾ ਆਪਣਾ, ਤੇ ਸਾਡੇ ਸਾਰਿਆਂ ਵੱਲੋਂ ਜਿਹੜੇ ਅਸੀਂ ਸਾਡੇ ਮੈਨੂੰ ਜਾਣ ਪਛਾਣ ਵਿੱਚ ਹੈਗੇ ਆ, ਸਾਡੇ ਖਾਲਸਾ ਦੀ ਟੀਮ ਆ, ਸਾਡੇ ਆਪਣੇ ਘਰ ਵਾਲੇ ਆ, ਅਸੀਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ, ਤੁਹਾਡੇ ਲਈ ਸਾਡੇ ਦਿਲ 'ਚ ਬਹੁਤ ਪਿਆਰ ਆ। ਜੋ ਤੁਸੀਂ ਕਰ ਰਹੇ ਆ ਕੋਈ ਕਰ ਸਕਦਾ। ਸਦਾ ਹੀ ਸਾਡੇ ਉੱਪਰ ਇਹ ਔਖੇ ਸਮੇਂ ਆਏ ਆ, ਤੇ ਸਦਾ ਹੀ ਅਸੀਂ ਚੜ੍ਹਦੀ ਕਲਾਂ ਜੰਗਲਾਂ ਤੋਂ ਲੱਗ ਕੇ ਅੱਜ ਰੋਡਾਂ 'ਚ ਖੜੇ ਆ ਗਏ ਮੁੜ ਕੇ। ਫਿਰ ਉਹੀ ਗੱਲ ਆਈ ਜਾਂਦੀ ਘੜੀ ਵੀ ਸਾਡੀ ਕੌਮ, ਅਸੀਂ ਪੰਜਾਬੀ, ਸਾਡੇ ਵੀ ਕੀ ਆ, ਕੌਣ ਆ, ਇਹ ਕਿੱਦਾਂ ਦੇ ਲੋਹੇ ਦੇ ਬੰਦੇ ਆ, ਬੀਬੀਆਂ ਆ, ਵੀ ਬਜ਼ੁਰਗ ਆ, ਉੱਥੇ ਆ ਕੇ ਰੋਡ 'ਤੇ ਬੈਠੇ, ਪਾਣੀ ਵੀ ਗਿੱਲਾ ਠੰਡਾ ਪਾਤਾ, ਗਿੱਲੇ ਕੱਪੜੇ ਕਰ ਦਿੱਤੇ, ਤਾਂ ਵੀ ਚੜ੍ਹਦੀ ਕਲਾਂ। ਪਰ ਕਾਨੂੰਨ ਨਹੀਂ ਤੋੜਨਾ। ਜੇ ਤੁਸੀਂ ਉੱਥੇ ਕਰ ਰਹੇ ਆ, ਹੁਣ ਸਾਰੇ ਉੱਥੇ ਦਿੱਲੀ ਵੀ ਹਿੱਲ ਗਈ ਆ ਤੇ ਇੰਡੀਆ ਵੀ ਹਿੱਲੀ ਜਾਂਦੀ ਆ। ਇੰਡੀਆ ਦੇ ਲੋਕ ਸਾਰੇ ਹੁਣ ਧਰਮ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਸਾਂਝ ਤੁਹਾਡੇ ਨਾਲ ਆ। ਇਹ ਤੁਹਾਡੇ ਨਾਲ ਆ ਕਿਉਂਕਿ ਤੁਸੀਂ ਆਪਣੀ ਇੱਕ ਸੇਵਾ ਦਿਖਾ ਰਹੇ ਆ।
ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਰਹੇ, ਨਾ ਤੁਸੀਂ ਮਾੜਾ ਬੋਲੋ। ਕਈ ਵਾਰੀ ਖਬਰਾਂ ਵਾਲੇ ਆਉਂਦੇ ਆ, ਉਹ ਤੁਹਾਨੂੰ ਭੜਕਾਉਗੇ। ਉਹ ਨਹੀਂ ਕਹਿਣਾ ਤੁਸੀਂ ਮੋਦੀ ਖਿਲਾਫ ਆਹ ਕਹੋ, ਤੁਸੀਂ ਉਹਨੂੰ ਆਹ ਗਾਲ ਕੱਢੋ, ਤੁਸੀਂ ਇਹ ਕੱਢੋ। ਤੁਹਾਡੇ ਵਿੱਚ ਕੀ ਆ? ਹਾਂ, ਗੁੱਸਾ ਹੈਗਾ, ਜੋਸ਼ ਹੈਗਾ, ਪਰ ਹੋਸ਼ ਨਾਲ ਜਵਾਬ ਦੇਵੋ। ਆਪਣੇ ਆਪ ਜੋ ਤੁਹਾਡੀ ਇਹ ਪ੍ਰਾਪਤੀ ਤੁਹਾਡੀ ਇਸ ਵੇਲੇ ਹੋਈ ਹੋ ਆ, ਵੀ ਕਹਿੰਦੇ ਵੀ ਫਤਿਹ ਹੋ ਗਈ ਆ, ਤੁਹਾਡੀ ਵਿਕਟਰੀ ਹੋ ਗਈ ਆ, ਜਿੱਤ ਤਾਂ ਤੁਹਾਡੀ ਪਹਿਲਾਂ ਹੀ ਹੋ ਗਈ ਆ। ਤੁਸੀਂ ਦਿੱਲੀ ਪਹੁੰਚ ਗਏ, ਉਹਨੇ ਕਿਹਾ ਦਿੱਲੀ ਪਹੁੰਚਣ ਨਹੀਂ ਦੇਣਾ। ਹੁਣ ਜੋ ਮਰਜ਼ੀ ਹੋ ਜਾਵੇ, ਇਹ ਜਿੱਤ ਕੇ ਲੈ ਕੇ ਨਹੀਂ ਜਾ ਸਕਦਾ ਕੋਈ। ਪਰ ਅਸੀਂ ਇਸ ਵੇਲੇ ਇੱਕ ਕਦਮ ਚੱਕਿਆ ਸਾਰਿਆਂ, ਤੁਸੀਂ ਉਹਦੀ ਅਸੀਂ ਰਿਸਪੈਕਟ ਕਰਦੇ ਹਾਂ। ਕਾਨੂੰਨੀ ਤੌਰ 'ਤੇ ਅਸੀਂ ਤੁਹਾਡੇ ਨਾਲ ਬਿਲਕੁਲ ਖੜੇ ਹਾਂ। ਤੁਹਾਡੇ ਅਸੀਂ ਬਿਲਕੁਲ ਜਦੋਂ ਵੀ ਤੁਹਾਨੂੰ ਕੋਈ ਲੋੜ ਹੋਵੇ, ਜਦੋਂ ਕੋਈ ਚੀਜ਼ ਅਸੀਂ ਕੁਝ ਆਪਣੇ ਕੋਲ ਕੁਝ ਕਰ ਸਕਦੇ ਹਾਂ, ਇਸ ਨੂੰ ਬਿਲਕੁਲ ਕਰਾਂਗੇ। ਪਰ ਤੁਸੀਂ ਚੜ੍ਹਦੀ ਕਲਾ ਰਹਿਣਾ, ਇੱਕ ਦੂਜੇ ਦੀ ਮਦਦ ਕਰਨੀ। ਅਤੇ ਅਸੀਂ ਵੀ ਹੁਣ ਸੋਚ ਰਹੇ ਹਾਂ ਹੋਰ ਪ੍ਰੋਗਰਾਮ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਤੁਸੀਂ ਆਈਡੀਆ ਦੇਣੇ ਹੋਵੇ, ਉਹ ਪੇਜ 'ਤੇ ਦੇ ਸਕਦੇ ਹੋ। ਉਹ ਪੇਜ 'ਤੇ ਅਸੀਂ ਪੋਸਟ ਕਰਾਂਗੇ। ਜੇ ਤੁਹਾਡੇ ਕੋਈ ਆਈਡੀਆ ਹੈਗੇ ਆ, ਸਾਨੂੰ ਦੇਵੋ, ਅਸੀਂ ਦੇਖਦੇ ਹਾਂ ਵੀ ਹੋਰ ਕੁਝ ਕਰ ਸਕਦੇ ਹਾਂ। ਜਿਹੜੀਆਂ ਚਲਾਕੀਆਂ ਕਰਨੇ ਚਾਹੁੰਦੇ ਪੇਜ 'ਤੇ, ਅਸੀਂ ਉਹ ਬਲੌਕ ਕਰ ਦੇਣੇ। ਸੋ ਉਹ ਤਾਂ ਤੁਹਾਨੂੰ ਪਤਾ ਆ, ਉੱਥੇ ਤਾਂ ਬੰਦੇ ਰੱਖੇ ਉਹਨਾਂ ਨੇ ਝੂਠ ਬੋਲਣ ਲਈ ਫੇਸਬੁੱਕ 'ਤੇ ਅਤੇ ਹੋਰ ਜਿੱਦਾਂ ਭਈ ਇੰਸਟਾਗ੍ਰਾਮ 'ਤੇ, ਟਵਿੱਟਰ 'ਤੇ, ਸਾਡੇ ਖਿਲਾਫ, ਤੁਹਾਡੇ ਖਿਲਾਫ। ਪਰ ਤੁਸੀਂ ਜੋ ਕੀਤਾ, ਅਸੀਂ ਸੋਚਿਆ ਨਹੀਂ ਸੀਗਾ ਭਈ ਇੰਨੇ ਚੜ੍ਹਦੀ ਕਲਾ ਤੁਸੀਂ ਕਰ ਸਕਦੇ। ਰਹੋ ਚੜ੍ਹਦੀ ਕਲਾ। ਤੁਹਾਡੇ ਨਾਲ ਸਾਰੀ ਅਸੀਂ ਦੁਨੀਆ ਖੜੀ ਆ। ਖਾਲਸਾ ਏਡ ਹਰ ਕਦਮ ਤੁਹਾਡੇ ਨਾਲ ਖੜੇ ਆ। ਅਤੇ ਫਿਰ ਮੈਂ ਕਹਿਣਾ ਚਾਹੁੰਦਾ, ਜਿਹੜੇ ਭਈ ਖਾਲਸਾ ਏਡ ਦੀ ਟੀਮ ਆ, ਜਾਂ ਜਿਹੜੇ ਪਿੰਡਾਂ ਤੋਂ ਆ ਕੇ ਸੇਵਾ ਕਰ ਰਹੇ ਆ, ਤੁਸੀਂ ਬਿਲਕੁਲ ਸਾਡੇ ਦਿਲ ਦੀ ਧੜਕਣ ਹੋ ਜਾਂਦਾ। ਤੁਸੀਂ ਪਿਆਰ ਨਾਲ, ਸ਼ਰਧਾ ਨਾਲ ਸੇਵਾ ਕਰ ਰਹੇ ਇੰਨੇ ਔਖੇ ਸਮੇਂ ਵਿੱਚ। ਸੋ ਉਹ ਪੇਜ ਨੂੰ ਤੁਸੀਂ ਪਲੀਜ਼ ਸ਼ੇਅਰ ਕਰਿਓ ਅਤੇ ਦੱਸਿਓ ਕਿ ਅਸੀਂ ਹੋਰ ਕੀ ਸੇਵਾ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।